ਚੜ੍ਹਦੀ ਕਲਾ ਵਾਹਿਗੁਰੂ। ਬੋਲੇ ਸੋ ਨਿਹਾਲ। मैं निमरता सहित बेनती करांगा उन्होंने कि वो तुहाडे नाल अपने विचार सांझे करन। सिंह साहब भाई जसवीर सिंह जी खालसा, उस तो बाद विच आपां शहीद परिवारां नूं भी सिंह साहबानां ने सन्मान देना। ते जिहड़े आए हुए कोई साडे सज्जन ने, एक तां जिहड़ा निशान साहब चढ़ाया वो साडे एक परिवार ने सेवा कीती है, उन्हां नूं भी सरोपो सिंह साहबां तो दिवाउणा। तो होर भी साडे रिश्तेदार भैन भरा जिम्मेवार सज्जन आए बैठे ने, पीए साहब, इन्हां नूं भी सरोपो की जिहड़ी बख्शिश है वो गुरु घर वालों होनी है। सो मैं बेनती करांगा सिंह साहब भाई जसवीर सिंह जी खालसा कि वो तुहाडे नाल अपने विचार सांझे करन और 1900 जून 1984 के शहीदां नूं शरधा दे फुੱਲ अर्पण करन। जकारा छड्ड के बोले सो निहाल। सत श्री अकाल। जुगो जुग अटल धन गुरु ग्रंथ साहब सच्चे पातशाह जी की पावन पवित्र हजूरी विच कौम के महान शहीदां नूं श्रद्धांजलि देण लई, उन्हां दी याद ताज़ा करन लई दूर दरिड्यां तो चल के आए, एकत्र होए गुरु खालसा जी। सरबत संगत गज के फतेह बुलाओ। वाहिगुरू जी का खालसा वाहिगुरू जी की फतेह। गल बनी नहीं, सारे गज के बुलाओ फतेह। वाहिगुरू जी का खालसा वाहिगुरू जी की फतेह। बाबाणियां कहानियां पुत सपुत करेन। सब तो पहला तो मैं पूरा ही मनावा परिवार का धन्नवादी हाँ, जिन्हों ने शहीदों की याद ताज़ा करने वास्ते एडा वड्डा उपराला किया है, यतन किया है, इलाके दीयां संगतां इकत्तर कीतियां ने, इस फर्ज नूं निभाया है। इस करके इन्हां दा बहुत बहुत धन्नवाद है। जिथों तक बहुत सारे सिंह बैठे ने जिन्हां ने 1984 का पहला दौर देखिया, जिहदे विच भाई सुजान सिंह हुणी उस दौर दे विच गुजरे आ। वो दौर उन्होंने हंडाया, मैं हंडाया कहां कि उन्होंने माणिया। वो एक समा सी
ਜਿਹੜੇ ਜਥੇ ਦੇ 200-250 ਸਿੰਘ ਹੁੰਦੇ ਸਨ, ਉਸੇ ਕਈ ਭਰਾਵਾਂ ਨਾਲੋਂ ਵੱਧ ਉਹਨਾਂ ਦਾ ਪ੍ਰੇਮ ਹੁੰਦਾ ਸੀ, ਇੱਕ ਦੂਸਰੇ ਤੋਂ ਜਾਣ ਵਾਰਦੇ ਸੀ। ਮਹਾਂਪੁਰਖਾਂ ਦੀ ਤੇ ਗੱਲ ਹੀ ਵੱਡੀ ਹੈ ਨਾ। ਸਿੰਘ ਸਿੰਘ ਦੇ ਉੱਪਰ ਵੀ ਪੂਰਾ ਭਰੋਸਾ ਕਰਦੇ ਸੀ ਤੇ ਇੱਕ ਦੂਸਰੇ ਤੋਂ ਅੱਗੇ ਵੱਧ ਕੇ ਇੱਕ ਦੂਸਰੇ ਦੀ ਮਦਦ ਕਰਦੇ ਸੀ। ਇਹੋ ਜਿਹਾ ਸਮਾਂ ਦਾਸ ਨੇ ਅੱਖੀਂ ਵੇਖਿਆ ਜਦੋਂ ਮਹਾਂਪੁਰਖਾਂ ਦੀ ਗ੍ਰਿਫਤਾਰੀ ਦਾ ਸਮਾਂ ਆਇਆ, ਜਿਹਦੇ ਕਰਕੇ ਦੁਨੀਆ ਜਾਣਦੀ ਹੈ ਭਾਈ ਸੁਜਾਨ ਸਿੰਘ ਨੂੰ ਸਰਵਾਲਾ ਕਿਉਂ ਕਹਿੰਦੇ ਨੇ। ਗ੍ਰਿਫਤਾਰੀ ਦਾ ਸਮਾਂ ਆਇਆ ਤਾਂ ਮਹਾਂਪੁਰਖ ਨੇ ਕਿਹਾ ਕਿ ਇੱਕ ਸਿੰਘ ਨਾਲ ਚਾਹੀਦਾ ਭਾਈ ਸੇਵਾ ਵਾਸਤੇ, ਤੇ ਨਾਲ ਕਹਿੰਦੇ ਮੈਂ ਤੁਹਾਨੂੰ ਇਹ ਵੀ ਯਾਦ ਕਰਾ ਦਿਆਂ ਕਿ ਇੰਦਰਾ ਗਾਂਧੀ ਚਾਹੁੰਦੀ ਹੈ ਵੀ ਕਿਵੇਂ ਨਾ ਕਿਵੇਂ ਭਿੰਡਰਾਂ ਵਾਲੇ ਨੂੰ ਮੈਂ ਖਤਮ ਕਰ ਦਿਆਂ, ਫਾਂਸੀ ਚੜਾ ਦਿਆਂ, ਸਜ਼ਾ ਦੇ ਦਿਆਂ। ਮਹਾਂਪੁਰਖਾਂ ਦੇ ਮੈਂ ਵੀ ਚਾਹਣਾ ਵੀ ਜੇ ਕਿਤੇ ਮੈਨੂੰ ਮੌਤ ਦੀ ਘੋੜੀ ਚੜਾ ਦੇਣ ਤੇ ਮੈਂ ਮੌਤ ਨੂੰ ਵਰ ਲਵਾਂ, ਇਹ ਮੇਰੇ ਵਾਸਤੇ ਵੀ ਇੱਕ ਬਹੁਤ ਸੁਭਾਗਾ ਸਮਾਂ ਹੋਵੇਗਾ। ਇਸ ਸਮੇਂ ਤੇ ਮੈਨੂੰ ਸੇਵਾਦਾਰ ਨਹੀਂ, ਸਰਵਾਲਾ ਚਾਹੀਦਾ, ਜਿਹੜਾ ਮੌਤ ਦੇ ਨਾਲ ਮੌਤ ਵਰਨ ਵਾਲਾ ਹੋਵੇ। ਸਿੰਘ ਭਾਵੇਂ ਇੱਕ ਤੋਂ ਇੱਕ ਝੰਡੀਆਂ ਵਾਲੀ ਗੱਲ ਸੀ, ਪਰ ਭਾਈ ਸੁਜਾਨ ਸਿੰਘ ਨੇ ਉਹ ਥਾਂ ਮੱਲ ਲਈ ਵੀ ਮੈਂ ਤੁਹਾਡੇ ਨਾਲ ਚੱਲਾਂਗਾ। ਸਾਧ ਸੰਗਤ ਜੀ, ਜਦੋਂ ਮਹਾਂਪੁਰਖਾਂ ਦੀ ਪੁੱਛਦਿਸ਼ ਹੋਈ, ਇੱਥੇ ਮੁੱਲਾਪੁਰ ਦੇ ਨੇੜੇ ਵੀ ਤੇ ਫਿਰ ਗੜੀ ਦੇ ਵਿੱਚ ਵੀ, ਉੱਥੋਂ ਜਦੋਂ ਜੇਲ੍ਹ ਨੂੰ ਤੁਰਨ ਲੱਗੇ ਤਾਂ ਮਹਾਂਪੁਰਖਾਂ ਨੂੰ ਤਾਂ ਪੁਲਿਸ ਵਾਲਿਆਂ ਨੇ ਗੱਡੀ 'ਚ ਬਿਠਾ ਲਿਆ। ਸੁਜਾਨ ਸਿੰਘ ਨੂੰ ਬਿਠਾਉਣ ਨਾ ਕਹਿਣ ਵੀ ਅਸੀਂ ਤਾਂ ਇਕੱਲਿਆਂ ਨੂੰ ਗ੍ਰਿਫਤਾਰ ਕਰਨਾ। ਉਹ ਕਹਿੰਦੇ ਵੀ ਸੰਤਾਂ ਨੂੰ ਪੁੱਛ ਲਓ ਤੁਸੀਂ। ਉਹ ਕਹਿੰਦੇ ਪੁੱਛਣ ਵਾਲੀ ਗੱਲ ਹੀ ਨਹੀਂ, ਇਕੱਲਿਆਂ ਤੇ ਕੇਸ ਹੈ, ਅਸੀਂ ਤਾਂ ਇਹਨਾਂ ਤੋਂ ਬਿਨਾਂ ਹੋਰ ਬੰਦੇ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ। ਸੰਗਤ ਕਾਫੀ ਸੀ ਉੱਥੇ, ਉਹਨਾਂ ਨੇ ਪੁਲਿਸ ਦੀ ਗੱਡੀ ਘੇਰ ਲਈ ਵੀ ਸਿੰਘ ਇੱਕ ਨਹੀਂ ਦੋ ਜਾਣਗੇ ਨਾਲ। ਜਦੋਂ ਇਹ ਹਾਲਾਤ ਵੱਧਦੇ ਵੇਖੇ ਤਾਂ ਐਸਡੀਐਮ ਨੇ ਮੌਕੇ ਤੇ ਹੀ ਫੈਸਲਾ ਲੈ ਕੇ ਦਫਾ 44 ਦੀ ਉਲੰਘਣਾ ਦਾ ਦੋਸ਼ ਲਾ ਕੇ ਨਾਲ ਕੇਸ ਤਾਂ ਬਣਾ ਲਿਆ, ਪਰ ਇੱਥੇ ਫਿਰ ਦੋ ਜਾਣਿਆਂ ਦਾ ਰੌਲਾ ਵੀ ਅਸੀਂ ਦੋ ਨੇ ਜਾਣਾ। ਫਿਰ ਮਹਾਂਪੁਰਖਾਂ ਨੇ ਭਾਈ ਸੁਜਾਨ ਸਿੰਘ ਨੂੰ ਚੁਣਿਆ। ਉਹ ਜੇਲ੍ਹ ਦੇ ਸਫ਼ਰ ਦੇ ਵਿੱਚ ਤਾਂ ਰਹੇ ਹੀ ਨਾਲ। ਸਾਧ ਸੰਗਤ ਜੀ, ਜਿੰਨਾ ਉਹਨਾਂ ਨੇ ਨੇੜਿਓਂ ਹੋ ਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਦੇਖਿਆ ਨਾ, ਸ਼ਾਇਦ ਆਪਾਂ ਨਾ ਦੇਖਿਆ ਹੋਵੇ, ਕਿਉਂਕਿ ਜੇਲ੍ਹ ਦਾ ਸਫ਼ਰ ਇਹੋ ਜਿਹਾ ਹੁੰਦਾ ਹੈ, ਉੱਥੇ ਸਭ ਕੁਝ ਇੱਕ-ਮਿਕ ਹੋ ਜਾਂਦਾ। ਬਹੁਤ ਨੇੜਿਓਂ ਦੇਖਿਆ, ਫਿਰ ਗੱਲ ਮੁੱਕੀ ਨਹੀਂ। ਜੇਲ੍ਹ 'ਚ ਰਿਹਾ ਹੋਏ, ਧਰਮ ਯੁੱਧ ਮੋਰਚਾ ਲੱਗਿਆ ਤੇ ਫਿਰ ਸ਼ਹਾਦਾਂ ਦੇਣ ਦਾ ਸਮਾਂ ਆਇਆ ਤੇ ਫਿਰ ਇੱਥੋਂ ਤੱਕ ਨਹੀਂ ਕਿਹਾ ਕਿ ਮੇਰੇ ਤਾਂ ਸੰਬੰਧ ਜੇਲ੍ਹ ਤੱਕ ਸੀ, ਨਹੀਂ ਅੱਗੇ ਹੋ ਕੇ ਫਿਰ ਇੱਥੋਂ ਤੱਕ ਨਹੀਂ ਗੱਲ ਰਹੀ। ਉਹ ਵੀ ਕਰ ਵਿਖਾਈ। ਸੋ ਇੱਕ ਕਾਲੇ ਰੰਗ ਦੀ ਇਨੋਵਾ ਗੱਡੀ ਰਸਤੇ 'ਚ ਲੱਗੀ ਆ, ਕਿਰਪਾ ਕਰਕੇ ਉਹ ਰਸਤਾ ਖਾਲੀ ਕਰ ਦੇਣ, ਕਿਉਂਕਿ ਰਸਤਾ ਪਹਿਲਾਂ ਹੀ ਬੜਾ ਛੋਟਾ ਹੈ, ਪਾਸੇ ਦੀ ਗੱਡੀਆਂ ਲੰਘਦੀਆਂ ਨਹੀਂ। ਸ਼ਾਇਦ ਭਾਈ ਅਮਰੀਕ ਸਿੰਘ ਹੋਣਾ ਦੀ ਗੱਡੀ ਉਹਦੇ ਕਰਕੇ ਰੁਕੀ ਹੋਈ ਹੈ। ਕਾਲੇ ਰੰਗ ਦੀ ਇਨੋਵਾ ਗੱਡੀ ਪਾਸੇ ਕਰ ਲਈ ਜਾਵੇ। ਸੋ ਸਾਧ ਸੰਗਤ, ਦਾਸ ਕਈ ਵਾਰ ਇਹ ਵਿਚਾਰ ਅਕਸਰ ਹੀ ਮੈਂ ਕਰਦਾ। ਮਹਾਂਪੁਰਖਾਂ ਦੀ ਜੀਵਨੀ ਤੇ ਮੈਂ ਕਿਤਾਬ ਲਿਖੀ ਹੈ, ਮੈਂ ਉਹਦੇ ਵਿੱਚ ਵੀ ਲਿਖਿਆ ਹੈ ਵੀ ਸਮਾਂ ਹੁੰਦਾ ਹੈ ਕਦੇ
ਨਾਮਧਾਰੀਆਂ ਦਾ ਸਮਾਂ ਆਇਆ, ਉਹਨਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ, ਤੋਪਾਂ ਨਾਲ ਉੱਡ ਗਏ। ਪਰ ਜਦੋਂ ਨਾਮਧਾਰੀ ਮੁਖੀ ਨੂੰ ਜੇਲ੍ਹ ਜਾਣ ਦਾ ਸਮਾਂ ਮਿਲਿਆ ਤਾਂ ਗੜਵਈ ਵੀ ਜਵਾਬ ਦੇ ਗਏ, ਮਨੀ ਬਾਬਾ ਜੀ ਅਸੀਂ ਇੱਥੋਂ ਤੱਕ ਹੀ ਆਉਣਾ ਸੀ, ਜਾਂ ਹੁਣ ਤੁਸੀਂ ਭੁਗਤੋ। ਹੋਰ ਵੀ ਬਹੁਤ ਸਾਰੀਆਂ ਅਸੀਂ ਇਹੋ ਜਿਹੀਆਂ ਕਹਾਣੀਆਂ ਸੁਣਦੇ ਹਾਂ, ਇਤਿਹਾਸ ਭਰਿਆ ਪਿਆ ਹੈ। ਪਰ ਅਸੀਂ ਸਦਕੇ ਜਾਂਦੇ ਇਹੋ ਜਿਹੇ ਮਰਦ ਜਿਨ੍ਹਾਂ ਨੇ ਇਹੋ ਜਿਹਾ ਪ੍ਰੇਮ ਪਾਇਆ ਸੀ ਨਾਲ ਦੇ ਸਿੰਘਾਂ ਦੇ ਨਾਲ। ਸਾਧ ਸੰਗਤ ਜੀ, ਲਿਖਣ ਵਾਲੇ ਵਿਰੋਧੀਆਂ ਨੇ ਲਿਖਿਆ ਕਿ ਇਹ ਅਨਪੜ੍ਹਾਂ ਦੀ ਜਮਾਤ, ਬੇਰੁਜ਼ਗਾਰਾਂ ਦੀ ਜਮਾਤ, ਜਿਹੜੀ ਕੁਝ ਨੇ ਵੀ ਲਿਖਿਆ ਕਿ ਧਾੜਵੀਆਂ ਦੀ ਜਮਾਤ ਸੰਤਾਂ ਦੇ ਇਰਦ ਗਿਰਦ ਇਕੱਠੀ ਹੋਈ ਸੀ। ਸਾਧ ਸੰਗਤ ਜੀ, 4 ਸੇਵਾਦਾਰ, ਡਬਲ ਐਮਏ ਦੇ ਵਿੱਚੋਂ ਗੋਲਡ ਮੈਡਲਿਸਟ, ਜਿਹੜੇ ਖਾਲਸਾ ਕਾਲ ਦੇ ਵਿੱਚੋਂ ਹੀ ਪੜ੍ਹੇ ਪਰ ਉਹਨਾਂ ਨੇ ਗੋਲਡ ਮੈਡਲ ਲਏ। ਖੁਦ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ, ਐਮਏ ਪਾਸ ਹਰਮਿੰਦਰ ਸਿੰਘ ਸੰਧੂ, ਹਰਮਿੰਦਰ ਸਿੰਘ ਗਿੱਲ, ਬਹੁਤ ਸਾਰੇ ਇਹੋ ਜਿਹੇ ਨੌਜਵਾਨ ਜਿਹੜੇ ਬਹੁਤ ਪੜ੍ਹੇ ਲਿਖੇ ਸੀ, ਇਹਨਾਂ ਨੂੰ ਵੀ ਛੱਡ ਲਓ। ਬਹੁਤ ਸਾਰੇ ਜਰਨਲ, ਕਰਨਲ, IAS, IPS, ਬਹੁਤ ਸਾਰੇ ਡਾਕਟਰ, ਇੰਜੀਨੀਅਰ, ਇੱਕ ਤੋਂ ਗਾਂਹ ਵੱਧ ਕੇ ਤੇ ਸੰਤਾਂ ਨਾਲ ਸਿਰ ਲਾਉਣ ਵਾਸਤੇ ਤਿਆਰ ਸੀ। ਤੇ ਫਿਰ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਕੀ ਹੈ? ਸਾਧ ਸੰਗਤ ਜੀ, ਕੋਈ ਇੱਕ ਦੱਸੋ, ਸੰਤਾਂ ਦਾ ਗੜਵਈ, ਸੰਤਾਂ ਦਾ ਸੇਵਾਦਾਰ, ਰਸੋਈਆ, ਸੰਤਾਂ ਦਾ ਡਰਾਈਵਰ, ਸੰਤਾਂ ਦਾ PA, ਸੰਤਾਂ ਦਾ ਕੋਈ ਭਤੀਜਾ, ਕੋਈ ਭਰਾ, ਸਾਧ ਸੰਗਤ ਜੀ, ਕੋਈ ਸੰਤਾਂ ਦਾ ਵਿਦਿਆਰਥੀ, ਕੋਈ ਹਮਜੋਲੀ, ਜਿਹਦਾ ਕਹਿ ਗਿਆ ਹੋਵੇ ਵੀ ਮੈਂ ਤੁਹਾਡੇ ਨਾਲ ਹੁਣ ਸਮਾਂ ਨਹੀਂ ਨਿਭਾ ਸਕਦਾ, ਇਹ ਸਫ਼ਰ ਔਖਾ, ਮੈਂ ਇਹਦੇ ਤੇ ਨਹੀਂ ਚੱਲ ਸਕਦਾ, ਇੱਕ ਦਾ ਨਾਮ ਦੱਸ ਦਿਓ, ਇੱਕ ਦਾ। ਸਾਧ ਸੰਗਤ ਜੀ, ਇਹ ਇੱਕ ਅਨੋਖਾ ਇਤਿਹਾਸ ਹੈ ਜਿਨ੍ਹਾਂ ਮਰਦਾਂ ਨੇ ਇਹ ਇਤਿਹਾਸ ਸਿਰਜਿਆ ਨਾ। ਅੱਜ 38 ਸਾਲਾਂ ਤੋਂ ਬਾਅਦ ਵੀ ਜੇ ਕੇਂਦਰ ਸਰਕਾਰ ਇਸ ਗੱਲ ਤੋਂ ਡਰਦੀ ਹੈ ਵੀ ਉਹਨਾਂ ਦੇ ਨਿਆਈ, ਉਹਨਾਂ ਦੇ ਪਰਿਵਾਰ, ਉਹਨਾਂ ਦੇ ਪੁੱਤ ਭਤੀਜੇ ਜਿਸ ਢੰਗ ਦੇ ਨਾਲ ਵਿਚਰ ਰਹੇ ਨੇ, ਉਸੇ ਢੰਗ ਦੇ ਨਾਲ ਕੱਲੇ ਕੱਲੇ ਦੇ ਉੱਪਰ ਨਜ਼ਰ ਰੱਖੋ। ਕਾਰਨ ਕੀ ਆ? ਸਾਧ ਸੰਗਤ ਤੋਂ ਅਸਲੀਅਤ ਜੀਵਨ ਦੇਖਿਆ ਉਹਨਾਂ ਨੇ, ਉਹਨਾਂ ਦੀ ਜ਼ੁਰਤ ਦੇਖੀ ਹੈ। ਪਰ ਮੈਂ ਅੱਜ ਦੀ ਗੱਲ ਤੇ ਆਵਾਂ, ਜ਼ਿਆਦਾ ਸਮਾਂ ਨਾ ਲਵਾਂ। ਸਾਧ ਸੰਗਤ ਜੀ, ਉਹ ਸਿੰਘ ਭਾਈ ਸੁਜਾਨ ਸਿੰਘ ਹੋਣੀ, ਨਾਲ ਦੇ ਸਿੰਘ ਨੂੰ ਨਹੀਂ ਪਤਾ ਵੀ ਉਹ ਕਿੰਨੀ ਬਾਣੀ ਪੜ੍ਹਦੇ ਆ, ਕਿੰਨੇ ਪਾਠ ਕਰਦੇ, ਕਿੰਨੇ ਸੁਖਮਨੀ ਸਾਹਿਬ ਪੜ੍ਹਦੇ ਆ, ਕਿੰਨੀਆਂ ਮਾਲਾਂ ਫੇਰਦੇ ਆ। ਜਿਹੜੇ ਨਾਲ ਇਕੱਠੇ ਪ੍ਰਸ਼ਾਦਾ ਛਕਦੇ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ। ਤੇ ਅਸੀਂ ਉਹ ਵੀ ਦੇਖੇ ਜਿਹੜੇ ਸਾਰੀ ਰਾਤ ਪਵਿੱਤਰ ਸਰੋਵਰ ਸਾਹਿਬ ਦੇ ਵਿੱਚ ਖਲੋ ਕੇ ਜਾਪ ਕਰਦੇ, ਜਪਜੀ ਸਾਹਿਬ ਜੀ ਦੇ ਪਾਠ ਕਰਦੇ, ਤੇ ਦਿਨ ਚੜ੍ਹਦਿਆਂ ਨੂੰ ਅਲੋਪ ਹੋ ਜਾਂਦੇ। ਤੇ ਫਿਰ ਵੀ ਕਿਸੇ ਥੰਮ ਦੇ ਉੱਲੇ ਬਹਿ ਕੇ, ਕਿਸੇ ਕਮਰੇ ਦੇ ਵਿੱਚ ਵੜ ਕੇ ਫਿਰ ਵੀ ਜਾਪ ਕਰੀ ਜਾਣਾ। ਕੱਲੇ ਕੱਲੇ ਦਾ ਜੀਵਨ ਸੀ, ਗੁਰਬਾਣੀ ਦੀ ਸ਼ਕਤੀ ਸੀ, ਤਾਕਤ ਸੀ। ਸਾਧ ਸੰਗਤ ਜੀ, ਨਹੀਂ ਤੇ ਲੱਖਾਂ ਫੌਜਾਂ ਦਾ ਮੁਕਾਬਲਾ ਕਰਨਾ ਕੱਲੀਆਂ ਸਾਡੇ ਰਾਕਟ ਲਾਂਚਰ, ਸਾਡੀਆਂ ਛੋਟੀਆਂ ਛੋਟੀਆਂ ਬੰਦੂਕਾਂ ਕਰ ਸਕਦੀਆਂ ਸੀ ਇਹ? ਜਦੋਂ ਜਨਰਲ ਦਿਆਲ ਨੇ, ਤੁਸੀਂ ਇੰਟਰਵਿਊ ਸੁਣੀ ਹੋਣੀ ਹੈ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਦੀ, ਉਹ ਕਹਿੰਦੇ ਬੇਅੰਤ ਗੋਲੀਆਂ ਚੱਲੀਆਂ ਹਰਮਿੰਦਰ ਸਾਹਿਬ ਦੇ ਵਿੱਚੋਂ, ਅਸੀਂ ਤਲਾਸ਼ੀ ਲੈਣੀ ਆ, ਤੇ ਜਿਹੜੇ ਇੱਥੇ ਹਥਿਆਰ ਆ ਉਹ ਵੀ ਫੜਨੇ ਆ, ਤੇ ਜਿਹੜੇ ਖਾਲੀ ਖੋਲ ਆ ਉਹ ਵੀ ਅਸੀਂ ਲੈਣੇ ਆ। ਸਿੰਘ ਸਾਹਿਬ ਜੀ ਕਹਿੰਦੇ ਇੱਥੋਂ ਤੇ ਇੱਕ ਗੋਲੀ ਨਹੀਂ ਚੱਲੀ, ਇੱਕ ਗੋਲੀ, ਪਰ ਤੁਸੀਂ ਤਲਾਸ਼ੀ ਲਓ, ਕੋਈ ਗੱਲ ਨਹੀਂ। ਸਾਧ ਸੰਗਤ ਜੀ, 5 ਬੰਦਿਆਂ ਨੇ ਤਲਾਸ਼ੀ ਲਈ, ਤੇ ਗਿਆਨੀ ਜੀ ਵੀ ਨਾਲ, ਸਿੰਘ ਸਾਹਿਬ ਜੀ ਨਾਲ,
ਜਦੋਂ ਛੱਤ ਤੇ ਚੜੇ ਉੱਪਰਲੀ ਤੇ ਕਹਿੰਦੇ ਜੇ ਇੱਥੋਂ ਗੋਲੀਆਂ ਚੱਲੀਆਂ ਹੁੰਦੀਆਂ ਤੇ ਖਾਲੀ ਖੋਲਾਂ ਦੇ ਨਾਲ ਖੋਖਿਆਂ ਦੇ ਨਾਲ ਇੱਥੇ ਢੇਰ ਲੱਗੀ ਹੋਣੀ ਸੀ, ਤੁਹਾਨੂੰ ਇੱਕ ਵੀ ਲੱਭਦਾ ਕਿਤੋਂ? ਕਹਿੰਦੇ ਗਿਆਨੀ ਜੀ ਅਸੀਂ ਸੱਚ ਕਹਿੰਦੇ ਆ ਵੀ ਇੱਥੋਂ ਗੋਲੀਆਂ ਬਹੁਤ ਚੱਲੀਆਂ। ਤੇ ਸਿੰਘ ਸਾਹਿਬ ਜੀ ਕਹਿੰਦੇ ਮੈਂ ਇੱਥੋਂ ਰਿਹਾ ਨਹੀਂ ਗਿਆ, ਮੈਂ ਕਿਹਾ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਚਲਾਈਆਂ ਹੋਣ ਤੇ ਫਿਰ ਉਹਦੇ ਬਾਰੇ ਸਾਨੂੰ ਭਾਈ ਪਤਾ ਨਹੀਂ, ਉਹ ਤੁਸੀਂ ਨਾ ਲੱਭ ਸਕਦੇ ਆ ਨਾ ਤੁਹਾਨੂੰ ਕੋਈ ਪਤਾ ਲੱਗ ਸਕਦਾ। ਇਹ ਸ਼ਕਤੀਆਂ ਵਰਤੀਆਂ ਸਾਧ ਸੰਗਤ, ਇਹਨਾਂ ਸ਼ਕਤੀਆਂ ਕਰਕੇ ਅੱਜ ਦੁਨੀਆ ਦੀਆਂ ਅਮਰੀਕਾ ਦੀ ਸਭ ਤੋਂ ਵੱਡੀ ਫੋਰਸ ਸ਼ਕਤੀ ਹੈ, ਪਾਵਰ ਹੈ। ਉਹਨਾਂ ਨੇ ਵੱਡੇ ਵੱਡੇ ਜਰਨਲ ਐਨਾਲਿਸਿਸ ਕਰਨ ਵਾਸਤੇ ਲਾਏ ਕਿ 5 ਦਿਨ ਜਿਨ੍ਹਾਂ ਦੇ ਪਿੱਛੋਂ ਕੋਈ ਸਪਲਾਈ ਨਹੀਂ, ਕੋਈ ਰਾਸ਼ਨ ਨਹੀਂ, ਕੋਈ ਫੌਜ ਨਹੀਂ, ਕੋਈ ਹਥਿਆਰ ਨਹੀਂ, ਪਿੱਛੋਂ ਹਰ ਤਰ੍ਹਾਂ ਦੀ ਸਪਲਾਈ ਕੱਟੀ ਹੋਈ ਹੈ। ਤੇ ਦੂਸਰੇ ਪਾਸੇ ਭਾਰਤ ਦੀ ਮੰਨੀ ਹੋਈ ਫੌਜ ਅੱਜ ਜਿਹਦੇ ਤਰੋ ਤਾਰਾ ਪਿੱਛੋਂ ਜਵਾਨ ਆ ਰਹੇ ਨੇ, ਨਵੀਂ ਤੋਂ ਨਵੀਂ ਛਿੱਕਾ ਆ ਰਿਹਾ, ਗੋਲੀਆਂ ਆ ਰਹੀਆਂ, ਤੋਪਾਂ ਆ ਰਹੀਆਂ, ਬਰੂਦ ਆ ਰਹੇ ਨੇ, ਟੈਂਕ ਆ ਰਹੇ ਨੇ। ਇੱਕ ਪਾਸੇ ਉਹ ਨੇ ਤੇ ਇੱਕ ਪਾਸੇ ਉਹ ਨੇ। ਇਹ ਕਿਵੇਂ ਸੰਭਵ ਹੋਇਆ? ਇਹਦੇ ਤੇ ਤੁਸੀਂ ਸਾਰਾ ਐਨਾਲਿਸਿਸ ਕਰੋ ਵੀ ਲੜਾਈ ਲੜੀ ਕਿਵੇਂ ਗਈ। ਕੱਲਾ ਭਾਰਤੀ ਚਿੰਤਤ ਨਹੀਂ, ਦੂਰ ਤੱਕ ਰਸ਼ੀਆ ਵਰਗਿਆਂ ਨੇ ਪਹਿਲਾਂ ਮਦਦ ਕੀਤੀ, ਇੰਗਲੈਂਡ ਵਰਗੇ ਤੇ ਮੰਨ ਗਏ ਨਾ ਹੁਣ ਵੀ ਹਾਂ ਸਾਡੀ ਸਲਾਹ ਲਈ ਸੀ ਤੇ ਅਸੀਂ ਸਲਾਹ ਦਿੱਤੀ ਸੀ। ਕਿੱਥੇ ਗਈਆਂ ਉਹਨਾਂ ਦੀਆਂ ਸਲਾਹਾਂ? ਪਰ ਦੂਜੇ ਪਾਸੇ ਉਸ ਸਲਾਹ ਤੇ ਚੱਲਣ ਵਾਲੇ ਗੁਰੂ ਕੇ ਪਿਆਰੇ ਸੀ ਜਿਨ੍ਹਾਂ ਦੇ ਮਨ ਵਿੱਚ ਭਰੋਸਾ ਸੀ, ਕੀੜਾ ਥਾਪ ਦੇਹ ਪਾਤਸ਼ਾਹੀ ਲਸ਼ਕਰ ਕਰੇ ਸਵਾਹ, ਨਿੱਕੀ ਕੀਰੀ ਮੈਂ ਕਲ ਰੱਖੈ ਭਸਮ ਕਰੇ ਲਸ਼ਕਰ ਕੋਟ ਲੱਖ ਹੈ। ਇੱਕ ਪਾਸੇ ਉਹ ਲੜਨ ਵਾਲੇ ਸੀ। ਸੋ ਸਾਧ ਸੰਗਤ, ਆਪਾਂ ਜੇ ਹੋਰ ਕੁਝ ਵੀ ਨਹੀਂ ਤੇ ਉਹਨਾਂ ਦੇ ਵਾਰਸ ਜ਼ਰੂਰ ਆ। ਇੱਕ ਪਰਨ ਕਰੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਮਨ ਵਿੱਚ ਭਰੋਸਾ ਭਰ ਦੇਣ। ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ। ਸਾਡਾ ਆਪਣਾ ਦਰਵਾਜ਼ਾ ਬੜਾ ਤਕੜਾ ਹੈ। ਅਜੋਕੀਆਂ ਜਥੇਬੰਦੀਆਂ ਨਾਲੋਂ, ਪਾਰਟੀਆਂ ਨਾਲੋਂ ਸਾਡੇ ਕੋਲੇ ਸ਼ਕਤੀ ਬੜੀ ਤਕੜੀ ਆ। ਸਾਧ ਸੰਗਤ ਜੀ, ਮੈਂ ਤੁਹਾਡੀ ਵਡਿਆਈ ਕਰਨ ਵਾਸਤੇ ਗੱਲਾਂ ਨਹੀਂ ਕਹਿ ਰਿਹਾ, ਮੈਂ ਬਹੁਤ ਸੋਚਿਆ ਇਹਨਾਂ ਗੱਲਾਂ, ਬਹੁਤ ਵਿਚਾਰਿਆ। ਜਿੰਨੀ ਸਾਡੇ ਕੋਲ ਸ਼ਕਤੀ ਹੈ, ਬਾਕੀ ਸਿੱਖ ਜਥੇਬੰਦੀਆਂ ਜਿਹੜੀਆਂ ਸਾਡੇ ਤੇ ਰਾਜ ਕਰ ਗਈਆਂ, ਰਾਜ ਕਰਨ ਦੀ ਅੱਜ ਵੀ ਵਿਉਂਤਬੰਦੀ ਉਲੀਕ ਰਹੀਆਂ ਨੇ, ਉਹਨਾਂ ਕੋਲ ਸਾਡੇ ਜਿੰਨੀ ਨਾ ਤੇ ਸ਼ਕਤੀ ਆ, ਨਾ ਭਗਤੀ ਆ, ਨਾ ਉਹਨਾਂ ਕੋਲ ਪਿਛੋਕੜ ਹੈ, ਨਾ ਉਹਨਾਂ ਦਾ ਕੋਈ ਵਿਰਸਾ ਹੈ। ਪਰ ਬੜੇ ਸ਼ਾਤਰ ਢੰਗ ਦੇ ਨਾਲ ਸਾਨੂੰ ਪਾੜ ਕੇ, ਇੱਕ ਦੂਜੇ ਦੇ ਵਿਰੁੱਧ ਬੁਲਾ ਕੇ, ਸਾਡੇ ਕੋਲੋਂ ਹੀ ਸਾਜ਼ਿਸ਼ਾਂ ਕਰਾ ਕੇ ਸਾਡੀ ਸ਼ਕਤੀ ਨੂੰ ਇਕੱਠਿਆਂ ਨਹੀਂ ਹੋਣ ਦਿੱਤਾ। ਅੱਜ ਸਮਾਂ, ਬਹੁਤ ਸਮਾਂ ਬੀਤ ਗਿਆ। ਇੰਨੇ ਸਮੇਂ ਬੀਤਣ ਤੋਂ ਬਾਅਦ ਤੇ ਮਨੁੱਖ ਬਹੁਤ ਕੁਝ ਸਿੱਖ ਜਾਂਦਾ ਹੈ ਵੀ ਕਿੱਥੇ ਕਿੱਥੇ ਠੋਕਰਾਂ ਖਾਧੀਆਂ। ਇੱਕ ਸਧਾਰਨ ਜਿਹੜਾ ਕਿਸਾਨ ਹੈ ਨਾ, ਉਹ ਵੀ ਸਫਲ ਕਿਸਾਨ ਬਣ ਜਾਂਦਾ ਹੈ ਵੀ ਬਾਜਰਾ ਨਹੀਂ ਹੁੰਦਾ ਤੇ ਮੱਕੀ ਬੀਜ ਲਓ, ਮੱਕੀ ਨਹੀਂ ਹੁੰਦੀ ਤਾਂ ਸੂਰਜਮੁਖੀ ਬੀਜ ਲਓ, ਹਰ ਸਾਲ ਥੋੜ੍ਹਾ ਘਾਟਾ ਖਾਈ ਜਾਵਾਂਗੇ। ਸੋ ਇਸ ਵਾਸਤੇ ਆਪਾਂ ਨੂੰ ਆਪਣੇ ਮਨ ਵਿੱਚ, ਆਪਣੇ ਗਰੀਬਾਨ ਵਿੱਚ ਵੇਖ ਕੇ ਦੋ ਗੱਲਾਂ ਹੀ ਛੱਡ ਦਈਏ ਨਾ ਆਪਾਂ, ਤੇ ਇੱਕ ਤੇ ਹਉਮੈ ਛੱਡ ਦਈਏ। ਮੈਂ ਆਪਣੇ ਆਪ ਨੂੰ ਵਿੱਚ ਰੱਖ ਕੇ ਕਹਿ ਰਿਹਾ, ਕੋਈ ਆਏ ਨਾ ਸਮਝ ਵੀ ਆਪਣੇ ਆਪ ਬਹੁਤ ਵੱਡਾ ਪ੍ਰਵਕਤਾ ਬਣ ਕੇ ਆ ਗਿਆ ਇਹ। ਆਪਾਂ ਦੋ ਹੀ ਗੱਲਾਂ ਛੱਡ ਦਈਏ, ਇੱਕ ਤੇ ਚਲਾਕੀ ਛੱਡ ਦਈਏ ਵੀ ਮੈਂ ਤੁਹਾਡੇ ਮੂੰਹ ਤੇ ਕੁਝ ਹੋਰ ਕਵਾਂ ਵੀ ਬੱਲੇ ਤੂੰ ਤੇ ਬੜਾ ਸ਼ੇਰ ਆ, ਤੇ ਇੱਥੋਂ ਨਿਕਲਦਿਆਂ ਸਾਰੀ ਕਵਾਂ ਵੀ ਇਹਨੇ ਬੇੜਾ ਗਰਕ ਕਰਤਾ। ਇਹ ਗੱਲ ਛੱਡ ਦਈਏ। ਹੋਇਆ ਹੋ ਬਹੁਤ ਕੁਝ, ਬਹੁਤ ਕੁਝ ਵਾਪਰਿਆ ਹੋ ਸਾਡੇ ਕੋਲ, ਪਰ ਹੁਣ ਛੱਡ ਦਈਏ। ਦੂਸਰੀ ਗੱਲ, ਜਿਹੜੀ ਸ਼ਕਤੀ ਨਾਲ ਤੁਰਨਾ ਹੈ, ਸੋਚ ਸਮਝ ਕੇ ਤੁਰੋ, ਸੋਚ ਸਮਝ ਕੇ। ਤੇ ਫਿਰ ਜਦੋਂ ਇਹ ਸ਼ਕਤੀ ਇਕੱਤਰ ਹੋਣ ਲੱਗੀ ਨਾ, ਫਿਰ ਇੱਕ ਤੇ ਇੱਕ ਦੋ ਨਹੀਂ ਹੋਣੇ, ਇਹ ਦੋ ਦੂਣੀ ਚਾਰ ਹੋਣੇ ਆ। ਇਸ ਵਾਸਤੇ ਆਪਾਂ ਸਾਰੇ ਰਲ ਕੇ ਕੋਸ਼ਿਸ਼ ਕਰੀਏ,
ਸਤਿਗੁਰੂ ਰਹਿਮਤ ਕਰਨਗੇ, ਸ਼ਹੀਦਾਂ ਦੀ ਸ਼ਕਤੀ ਵਰਤੇਗੀ। ਜਦੋਂ ਅਸੀਂ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਇਕਾਗਰ ਚਿੱਤ ਹੋ ਕੇ ਸੁਖਮਨੀ ਸਾਹਿਬ ਪੜਾਂਗੇ, ਨਿਤਨੇਮ ਕਰਾਂਗੇ, ਬਾਣੀ ਪੜਾਂਗੇ, ਉਸੇ ਤਰ੍ਹਾਂ ਸਿੰਘ ਦੇ ਉੱਪਰ ਭਰੋਸਾ ਕਰਾਂਗੇ ਤੇ ਸਿੰਘ ਨਾਲ ਸਿੰਘ ਦਾ ਪਿਆਰ ਕਰਾਂਗੇ, ਪ੍ਰੇਮ ਕਰਾਂਗੇ, ਇੱਕ ਦੂਜੇ ਨੂੰ ਵੱਧਦਾ ਦੇਖ ਕੇ ਖੁਸ਼ ਹੋਵਾਂਗੇ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਮੈਨੂੰ ਇੱਕ ਗੱਲ ਯਾਦ ਆ ਗਈ। ਇੱਕ ਵਾਰੀ ਅਸੀਂ ਮਹਾਂਪੁਰਖਾਂ ਨਾਲ ਖੁੱਲੇ ਬਚਨ ਵੀ ਕਰ ਲਈਦੇ ਸੀ, ਕਿਉਂਕਿ ਇਹੋ ਜਿਹੇ ਮਹਾਂਪੁਰਖ ਮਿਲਣੇ ਤੇ ਹੈ ਨਹੀਂ, ਇਹ ਤੇ ਗੱਲਾਂ ਹੀ ਨੇ। ਸਾਧ ਸੰਗਤ ਜੀ, ਇੱਕ ਵਾਰੀ ਅਸੀਂ ਮਹਾਂਪੁਰਖਾਂ ਨੂੰ ਚੱਲਦੀ ਬੱਸ 'ਚ ਇੱਕ ਗੱਲ ਕਹੀ। ਅਸੀਂ ਕਿਹਾ ਵੀ ਜਦੋਂ ਜਿਹੜਾ ਜੱਥਾ ਤੁਹਾਡੇ ਨਾਲ ਅਲੱਗ ਹੋ ਗਿਆ, ਉਹ ਸਾਨੂੰ ਮਿਲਦੇ ਨੇ ਤੇ ਬੜੀਆਂ ਸਾਨੂੰ ਤਰਕਾਂ ਮਾਰਦੇ। ਜਦੋਂ ਤੁਹਾਡੇ ਕੋਲੇ ਗੱਲ ਅਸੀਂ ਕਰ ਦਿੰਨੇ ਆ, ਤੁਸੀਂ ਸਾਨੂੰ ਘੂਰਦੇ ਆ, ਗੱਲ ਸੁਣਦੇ ਵੀ ਨਹੀਂ। ਤੁਸੀਂ ਕਰਨੀ ਤਾਂ ਕਿਸੇ ਦੀ ਕੀ ਆ, ਸੁਣਦੇ ਵੀ ਨਹੀਂ। ਸੰਤ ਚੁੱਪ ਹੋ ਗਏ ਤੇ ਭਾਈ ਰਾਮ ਸਿੰਘ ਸੁਲਤਾਨਪੁਰੀ ਕਹਿੰਦਾ, ਜੀ ਗੱਲ ਤੇ ਠੀਕ ਹੈ, ਇਹੀ ਹੈ, ਇਹਦਾ ਸਾਨੂੰ ਜਵਾਬ ਤਾਂ ਦਿਓ। ਸੰਤ ਮਹਾਂਪੁਰਖਾਂ ਦੇ ਇਹਦਾ ਜਵਾਬ ਇਹੀ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਇਹ ਸਮਰੱਥਾ ਦੇ ਦੇਣ, ਜਰਨ ਸ਼ਕਤੀ ਦੇ ਦੇਣ। ਜੇ ਕੋਈ ਸਿੱਖ ਚੰਗਾ ਪ੍ਰਚਾਰਕ ਹੈ, ਮਨ ਵਿੱਚ ਖੇੜਾ ਬਖਸ਼ ਦੇਣ, ਵਾਹ ਵੀ ਇਹਨੇ ਚੰਗਾ ਪ੍ਰਚਾਰ ਕੀਤਾ, ਚੰਗਾ ਕੋਈ ਰਾਗੀ ਹੈ, ਉਹਦੇ ਲਈ ਧੰਨ ਕਹਿ ਦਈਏ ਵੀ ਬੜਾ ਧੰਨਤਾ ਦੇ ਯੋਗ ਹੈ। ਜੇ ਕੋਈ ਚੰਗਾ ਨਿਤਨੇਮੀ ਹੈ ਤੇ ਉਹਦੇ ਲਈ, ਉਹਦੇ ਸਤਿਕਾਰ ਲਈ ਸਾਡਾ ਸਿਰ ਝੁਕ ਜਾਵੇ। ਤੇ ਜਿਹੜਾ ਕਹਿੰਦੇ ਸਾਡੀ ਨਿੰਦਿਆ ਕਰਦਾ ਹੈ, ਉਹ ਤਾਂ ਪਤਾ ਨਹੀਂ ਕਿੰਨਾ ਕੁ ਪਹਿਲਾਂ ਸੜਦਾ ਹੋਊਗਾ ਮਨ ਵਿੱਚ, ਕਿੰਨਾ ਕੁ ਭੁੱਜਦਾ ਹੋਊਗਾ। ਜਦੋਂ ਨਿਤਨੇਮ ਕਰਨ ਬੈਠਦਾ ਹੋਊਗਾ ਤੇ ਉਦੋਂ ਵੀ ਉਹਦੀ ਕਲਪਨਾ ਇਸ ਨਿੰਦਿਆ ਦੇ ਦਿਵਾਲੇ ਗੇੜੇ ਖਾਂਦੀ ਹੋਊਗੀ, ਕਿੰਨਾ ਬੁਰਾ ਹਾਲ ਹੁੰਦਾ ਹੋਊ। ਉਹ ਇਸ ਗੱਲ ਤੋਂ ਮਹਾਰਾਜ ਜੀ ਬਚਾ ਕੇ ਰੱਖੇ ਤੇ ਉਹਦੀ ਬਹੁਤ ਵੱਡੀ ਕਿਰਪਾ ਹੋਏਗੀ। ਇਸ ਕਰਕੇ ਸਿੰਘੋ, ਤੁਸੀਂ ਵੀ ਅਰਦਾਸ ਕਰੋ ਤੇ ਕਰਤਾਰ ਸਿੰਘ ਦੇ ਮਨ ਵਿੱਚ ਇਹ ਗੱਲ ਕਦੇ ਵੀ ਨਾ ਆਵੇ, ਜੇ ਸਾਡਾ ਕੋਈ ਵਿਰੋਧੀ ਸਾਡੀ ਨਿੰਦਾ ਕਰਦਾ ਤੇ ਬਰਾਬਰ ਅਸੀਂ ਉਹਦੀ ਨਿੰਦਾ ਕਰੀਏ, ਕਦੇ ਵੀ ਨਾ ਇਹ ਗੱਲ ਆਵੇ ਤੇ ਕਦੇ ਸੋਚਿਓ ਵੀ ਨਾ। ਸਾਧ ਸੰਗਤ ਜੀ, ਇਹੋ ਜਿਹੇ ਬਚਨ ਸੁਣ ਕੇ ਬੜਾ ਮਨ ਵਿੱਚ ਸਤਿਕਾਰ ਵੀ ਵੱਧਦਾ ਤੇ ਉਹਨਾਂ ਦੀ ਕਰਨੀ ਕਮਾਈ ਅੱਗੇ ਸਿਰ ਵੀ ਝੁਕਦਾ। ਅਖੀਰ ਵਿੱਚ ਮੈਂ ਬੇਨਤੀ ਕਰਾਂਗਾ ਕਿ ਦਾਸ ਨੇ ਉਹਨਾਂ ਦਾ ਜੀਵਨ ਲਿਖਣਾ ਸ਼ੁਰੂ ਕੀਤਾ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ। ਤੁਸੀਂ ਇਲਾਕੇ ਦੇ ਹੋ, ਕਿਸੇ ਕੋਲੇ ਕੋਈ ਉਹਨਾਂ ਦੀ ਕੈਸਟ ਹੋਵੇ, ਉਦੋਂ ਛੋਟੀਆਂ ਜੀਆਂ ਕੈਸਟਾਂ ਫਿਰਕੀ ਜੀ ਵਾਲੀਆਂ ਹੁੰਦੀਆਂ ਸੀ, ਉਹ ਵੀ ਹੋਵੇ, ਜਾਂ ਉਹਨਾਂ ਨਾਲ ਕਿਸੇ ਨੇ ਕੋਈ ਇਹੋ ਜਿਹੇ ਕੁਝ ਭੇਦ ਬਚਨ ਸਾਂਝੇ ਕੀਤੇ ਹੋਣ ਉਹਨਾਂ ਦੀ ਜ਼ਿੰਦਗੀ ਬਾਰੇ, ਜਿਹੜੀ ਆਉਣ ਵਾਲੀ ਸੰਗਤਾਂ ਨੂੰ ਕੋਈ ਸੇਧ ਦੇ ਸਕਦੀ ਆ, ਤੇ ਉਹ ਸਾਨੂੰ ਲਿਖ ਦੇਣੀ ਚਾਹੀਦੀ। ਪਿੱਛੇ ਜੇ ਮੈਂ ਭਾਈ ਹਰੀ ਸਿੰਘ ਨੂੰ ਮਿਲਿਆ ਸੀ, ਜਿਹੜਾ ਭਾਈ ਗੁਰਮੁਖ ਸਿੰਘ ਗੜਵਈ ਦਾ ਭਰਾ ਹੈ। ਉਹਨੇ ਮੈਨੂੰ ਕੁਝ ਸਿੰਘਾਂ ਨੂੰ ਮਿਲਾਇਆ, ਬੜੀਆਂ ਉਹਨੇ ਅਹਿਮ ਗੱਲਾਂ ਸਾਡੇ ਨਾਲ ਸਾਂਝੀਆਂ ਕਰਵਾਈਆਂ, ਜਿਹੜੀਆਂ ਸਾਨੂੰ ਜੱਥੇ 'ਚ ਰਹਿ ਕੇ ਨਹੀਂ ਪਤਾ ਲੱਗੀਆਂ। ਜਿਹੜੇ ਉਹਨਾਂ ਦੇ ਹਮਜੋਲੀ ਸੀ, ਜਿਹੜੇ ਸੰਤਾਂ ਦੇ ਕਲਾਸ ਫੈਲੋ ਸੀ, ਜਿਹੜੇ ਉਹਨਾਂ ਦੀ ਬਰਾਤ ਚੜੇ, ਵਿਆਹ ਗਏ ਉਹਨਾਂ ਨੇ ਬੜੀਆਂ ਉਹੋ ਜਿਹੀਆਂ ਸਾਨੂੰ ਗੱਲਾਂ ਦੱਸੀਆਂ, ਜਿਹਦੇ ਤੋਂ ਪਤਾ ਲੱਗਦਾ ਕਿ ਸੰਤ ਇਹ ਨਹੀਂ ਕਿ ਦਮਦਮੀ ਟਕਸਾਲ ਦੇ ਮੁਖੀ ਬਣਨ ਤੋਂ ਬਾਅਦ ਉਹਨਾਂ ਦਾ ਜੀਵਨ ਬਣਿਆ, ਨਹੀਂ, ਉਹ ਤੁਰ ਦਰਗਾਹ ਤੋਂ ਪਾਵਰਾਂ ਲੈ ਕੇ ਆਏ ਸੀ। ਇਸ ਕਲਯੁਗ ਦੇ ਝਮੇਲਿਆਂ ਵਿੱਚ ਸਾਧ ਸੰਗਤ ਜੀ, ਪੰਜਾਂ ਕਕਾਰਾਂ ਤੇ ਕਾਬੂ ਪਾ ਕੇ ਰੱਖਣਾ, ਵਿਸ਼ਿਆਂ ਤੇ ਕਾਬੂ ਪਾ ਕੇ ਰੱਖਣਾ, ਇਹ ਬਹੁਤ ਵੱਡੀਆਂ ਗੱਲਾਂ, ਛੋਟੀਆਂ ਗੱਲਾਂ ਨਹੀਂ। ਸੋ ਜੇ ਤੁਹਾਡੇ ਕੋਲੇ ਕੋਈ ਉਹਨਾਂ ਦਾ ਕੋਈ ਵਚਨ ਸਾਂਝਾ ਹੋਇਆ ਹੋਵੇ, ਦਾਸ ਨਾਲ ਜ਼ਰੂਰ ਸਾਂਝਾ ਕਰਨਾ, ਟੈਲੀਫੋਨ ਤੇ ਕਰ ਲੈਣਾ, WhatsApp ਤੇ ਭੇਜ ਦੇਣਾ। ਅੱਜ ਕੱਲ੍ਹ ਤੇ ਬੜੇ ਤਰੀਕੇ ਨੇ। ਪਰਸੋਂ ਹੀ ਦਾਸ ਗੁਜਰਾਤ ਗਿਆ ਸੀ, ਬੜੌਦਾ, ਉੱਥੇ ਇੱਕ ਸਿੰਘ ਮਿਲਿਆ, ਉਹਨੇ ਬੜੀਆਂ ਗੱਲਾਂ ਮਹਾਂਪੁਰਖਾਂ ਦੇ ਬਚਨ ਸੁਣਾਏ, ਤੇ ਮੈਂ ਸਮਝਦਾ ਮਹਾਂਪੁਰਖਾਂ ਨੇ ਆਪੇ ਹੀ ਇਹ ਲਿਖਵਾ ਲੈਣਾ, ਇਹੋ ਜਿਹੇ ਸਿੰਘ ਮਿਲਾ ਦੇਣੇ ਆ, ਉਹਦੇ ਤੁਸੀਂ ਵੱਡਾ ਹਿੱਸਾ ਪਾ ਸਕਦੇ ਹੋ, ਤੁਸੀਂ ਇਲਾਕੇ ਵਾਲੇ ਹੋ। ਸੋ ਇਸ ਵਾਸਤੇ ਅਖੀਰ ਵਿੱਚ ਮੈਂ ਫੇਰ ਮਨਾਵਾਂ ਪਰਿਵਾਰ ਦਾ ਸਮੁੱਚੇ ਰੂਪ 'ਚ, ਮੈਂ ਇਕੱਲੇ ਇਕੱਲੇ ਦਾ ਨਾਂ ਨਹੀਂ ਲੈਂਦਾ, ਤੇ ਸਮੁੱਚੀਆਂ ਸੰਗਤਾਂ ਦਾ
ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਇੰਨੀ ਧੁੱਪ ਦੇ ਵਿੱਚ, ਇੰਨੀ ਗਰਮੀ ਦੇ ਵਿੱਚ ਸਮਾਂ ਕੱਢ ਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਵਾਸਤੇ ਇੱਥੇ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਸੋ ਮੈਂ 2 ਵਾਰੀ ਫੋਨ ਕੀਤਾ ਵੀ ਮੈਂ ਲੇਟ ਹੋ ਜਾਣਾ ਹੈ, ਥੋੜਾ ਜਿਹਾ ਲੇਟ ਕਰ ਲਿਓ। ਦੋਨਾਂ ਹੀ ਭਰਾਵਾਂ ਨੇ ਮੈਨੂੰ ਕਿਹਾ ਵੀ ਜਦੋਂ ਤੱਕ ਤੁਸੀਂ ਖਿੱਚ ਕੇ ਆਓ ਕੋਈ ਗੱਲ ਨਹੀਂ, ਅਸੀਂ ਹੋ ਸਕਿਆ ਤਾਂ ਇੰਤਜ਼ਾਰ ਕਰਾਂਗੇ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਸੰਗਤਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਵਾ ਦਿੱਤੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ ਨੂੰ ਸਰੋਪੋ ਦੀ ਬਖਸ਼ਿਸ਼ ਕਰਨਗੇ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ। ਬੋਲੇ ਸੋ ਨਿਹਾਲ। ਪਰਿਵਾਰ ਵੱਲੋਂ ਵੀ ਭਾਈ ਜਗਮੋਹਨ ਸਿੰਘ ਜੀ ਸਰੋਪੋ ਦੀ ਬਖਸ਼ਿਸ਼ ਕੀਤੀ ਹੈ। ਤੇ ਸਿੰਘ ਸਾਹਿਬ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਤੁਸੀਂ 5 ਮਿੰਟ ਆਪਾਂ ਹੋਰ ਲਾਉਣੇ ਆ ਤੇ ਬੈਠ ਜਾਵੋ। ਫਿਰ ਸ਼ਹੀਦ ਪਰਿਵਾਰਾਂ ਨੂੰ ਵੀ ਸਰੋਪੋ ਦਿਵਾਉਣੇ ਆ ਤੁਹਾਡੇ ਤੋਂ। ਤੇ ਆ ਜਿਹੜੀਆਂ ਜ਼ਿੰਮੇਵਾਰ ਇਲਾਕੇ ਦੀਆਂ ਸ਼ਖਸੀਅਤਾਂ ਨੇ ਇਹਨਾਂ ਨੂੰ ਵੀ ਸਰੋਪੋ ਜਿਹੜੇ ਆ ਉਹ ਤੁਹਾਡੇ ਤੋਂ ਦਿਵਾਉਣੇ ਆ। ਧੰਨਵਾਦ ਜੀ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਾਰੀ ਸੰਗਤ ਇੱਕ ਵਾਰੀ ਫੇਰ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਲਾਕੇ ਦੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਨਾ ਇਹ ਕੋਈ ਬਹੁਤ ਵੱਡੀ ਮਾਇਆ ਦੀ ਗੱਲ ਨਹੀਂ। ਇਹ ਇੱਕ ਸਾਧ ਸੰਗਤ ਜੀ, ਜਿਵੇਂ ਮਰੇਰਕੋਟਲੇ ਦੇ ਖਾਨ ਨੇ ਹਾਂ ਦਾ ਨਾਰਾ ਮਾਰਿਆ ਸੀ ਨਾ, ਤੇ ਉਹ ਅੱਜ ਤੱਕ ਯਾਦ ਹੈ ਸਿੱਖਾਂ ਨੂੰ। ਇਹ ਤੇ ਸਮਝ ਲਓ ਇੱਕ ਹਾਂ ਦਾ ਨਾਰਾ ਵੀ ਭਾਈ ਤੁਸੀਂ ਸਾਡੇ ਚੋਣਵੇਂ ਪਰਿਵਾਰ ਹੋ, ਤੁਹਾਡੀ ਕੌਮ ਲਈ ਬਹੁਤ ਦੇਣ ਆ। ਕੈਨੇਡਾ ਤੋਂ ਸਾਡੇ ਵੀਰ ਕੋਈ ਬਹੁਤ ਵੱਡਾ ਜੱਥਾ ਨਹੀਂ, ਕੁਝ ਗਿਣਤੀ ਦੇ ਸਿੰਘ ਨੇ ਜਿਨ੍ਹਾਂ ਨੇ ਖਾਲਸਾ ਸੇਵਾ ਸੁਸਾਇਟੀ ਦੇ ਰਾਹੀਂ ਉਹ ਸਿੰਘਾਂ ਦੀ ਮਦਦ ਕਰਦੇ ਨੇ। ਉਹਨਾਂ ਦਾ ਹੁਕਮ ਸੀਗਾ ਵੀ ਜ਼ਰੂਰ ਇਸ ਇਲਾਕੇ ਵਿੱਚ ਵੀ ਸਾਡਾ ਤਿਲ ਫੁੱਲ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਉਹਨਾਂ ਸ਼ਹੀਦ ਪਰਿਵਾਰਾਂ ਦੇ ਚਰਨਾਂ ਵਿੱਚ ਹਾਜ਼ਰ ਕਰੋ, ਤਾਂ ਕਿ ਸਾਡੀ ਵੀ ਹਾਜ਼ਰੀ ਲੱਗ ਜਾਵੇ, ਸਾਡੇ ਵੱਲੋਂ ਵੀ ਸ਼ਰਧਾਂਜਲੀ ਉਹਨਾਂ ਨੂੰ ਪ੍ਰਵਾਨ ਹੋ ਜਾਵੇ। ਸੋ ਦਾਸ ਕੈਨੇਡਾ ਦੀਆਂ ਸੰਗਤਾਂ ਦਾ ਵੀ ਜਿਹੜੀਆਂ ਬਹੁਤ ਵੱਡੀ ਪੱਧਰ ਤੇ ਖਾਲਸਾ ਸੇਵਾ ਸੁਸਾਇਟੀ ਦੀ ਬਹੁਤ ਮਾਣ ਤਾਣ ਕਰਦੇ ਨੇ, ਮਦਦ ਕਰਦੇ ਨੇ। ਅਤੇ ਉਹਨਾਂ ਗੁਰਮੁਖ ਪਿਆਰਿਆਂ ਦੇ ਜਿਹੜੇ ਸਾਰੇ ਮੈਂਬਰ ਨੇ, ਭਾਵੇਂ ਉਹ ਕਹਿੰਦੇ ਰਹਿੰਦੇ ਵੀ ਸਾਡਾ ਨਾਂ ਨਾ ਲਿਓ, ਪਰ ਭਾਈ ਕੋਈ ਨਹੀਂ, ਇਹ ਸੰਗਤਾਂ ਦੇ ਵਿੱਚ ਗੱਲ ਜਾਣੀ ਚਾਹੀਦੀ ਹੈ ਵੀ ਜਿਹੜਾ ਬੰਦਾ ਸੇਵਾ ਕਰਦਾ ਹੈ ਆਪਣੇ ਦਸਾਂ ਨੌਂ ਦੀ ਕਿਰਤ ਕਮਾਈ ਵਿੱਚੋਂ ਇਸ ਪਾਸੇ ਸ਼ਹੀਦਾਂ ਦੇ ਸਮਰਪਿਤ ਕਰਦਾ ਹੈ, ਇਹਨਾਂ ਨੂੰ ਸਮਰਪਿਤ ਕਰਨ ਵਾਸਤੇ ਸਮਾਂ ਕੱਢਦਾ ਹੈ, ਉਹਨਾਂ ਦਾ ਨਾਂ ਤੇ ਲੈਣਾ ਚਾਹੀਦਾ। ਸੋ ਮੈਂ ਬੇਨਤੀ ਕਰੂੰ ਕਿ ਆਓ ਨਾਲ ਨਾਲ ਨਾਂ ਲਈ ਚੱਲੋ, ਦੱਸੀ ਚੱਲੋ। ਭਾਈ ਸਰਵਣ ਸਿੰਘ ਜੀ ਵਾੜਾ ਸ਼ੇਰ ਸਿੰਘ ਵਾਲੇ, ਉਹ ਭਾਈ ਸੱਜਣ ਸਿੰਘ ਜੀ, ਅਸੀਂ ਘਰੋਂ ਹੀ ਸ਼ੁਰੂ ਕਰਦੇ ਹਾਂ ਸਰੋਪੇ ਦੇਣੇ। ਇਹ ਸਾਡੀ ਜਥੇਬੰਦੀ ਦੇ ਸਲਾਹਕਾਰ ਵੀ ਹੈ, ਇਹਨਾਂ ਦੇ ਪਿਤਾ ਜੀ ਸ਼ਹੀਦ ਹੋਏ ਆ। ਬੋਲੇ ਸੋ ਨਿਹਾਲ। ਸ਼ਹੀਦ ਭਾਈ ਸਾਰ ਸਿੰਘ ਠੱਠੀ, ਉਹਨਾਂ ਦਾ ਪਰਿਵਾਰ ਜਿਹੜਾ ਵੀ ਇੱਥੇ ਸਿੰਘ ਪਹੁੰਚਿਆ ਭਾਈ, ਉਹਨਾਂ ਨੂੰ ਬੇਨਤੀ ਹੈ, ਅਗਲਾ ਨਾ ਬੋਲੀ। ਭਾਈ ਰਾਜਪਾਲ ਸਿੰਘ ਆਓ ਜੀ ਭਾਈ। ਬੋਲੇ ਸੋ ਨਿਹਾਲ। ਸ਼ਹੀਦ ਭਾਈ ਗੁਰਨਾਮ ਸਿੰਘ ਜੀ ਠੱਠੀ, ਉਹਨਾਂ ਦਾ ਪਰਿਵਾਰ ਜਿਹੜਾ ਵੀ ਗੁਰਮੁਖ ਪਿਆਰਾ ਇੱਥੇ ਹੈਗਾ ਹੈ, ਉਹ ਗੁਰੂ ਘਰ ਦਾ ਸਨਮਾਨ ਪ੍ਰਾਪਤ ਕਰੇ। ਭਾਈ ਆਓ ਜੀ, ਆਓ ਜੀ। ਬੋਲੇ ਸੋ ਨਿਹਾਲ। ਭਾਈ ਜਸਕਰਨ ਸਿੰਘ ਜੀ, ਉਹਨਾਂ ਦੇ ਪਰਿਵਾਰ ਦਾ ਮੈਂਬਰ ਕੋਈ ਵੀ ਹੈਗਾ ਉਹ ਵੀ ਭਾਈ ਆ ਕੇ ਸਨਮਾਨ ਪ੍ਰਾਪਤ ਕਰ ਲਵੇ। ਬੋਲੇ ਸੋ ਨਿਹਾਲ। ਗੱਜ ਕੇ ਜਕਾਰਾ ਬੋਲਿਆ ਕਰੋ ਭਾਈ।
ਭਾਈ ਰਸਾਲ ਸਿੰਘ ਜੀ ਠੱਟੀ, ਉਹਨਾਂ ਨੂੰ ਬੇਨਤੀ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਇੱਥੇ ਪਹੁੰਚਿਆ ਹੈ ਸਨਮਾਨ ਪ੍ਰਾਪਤ ਕਰੇ। ਬੋਲੇ ਸੋ ਨਿਹਾਲ। ਭਾਈ ਕਸ਼ਮੀਰ ਸਿੰਘ ਕਲਸੀਆਂ, ਭਾਈ ਜਸਵੀਰ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸਨਮਾਨ ਪ੍ਰਾਪਤ ਕਰਨ। ਆਜੋ ਭਾਈ, ਆ ਤੁਸੀਂ ਵੀ ਆਜੋ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਭਾਈ ਜਸਵੀਰ ਸਿੰਘ ਕਲਸੀਆਂ, ਭਾਈ ਕਸ਼ਮੀਰ ਸਿੰਘ ਜੀ ਕਲਸੀਆਂ, ਲਿਓ ਭਾਈ। ਕੀ ਨਾਮ? ਸਤਿ ਸ੍ਰੀ ਅਕਾਲ। ਜਿਨ੍ਹਾਂ ਨੇ ਭਾਈ ਲੰਗਰ ਦੀ ਸੇਵਾ ਕੀਤੀ ਹੈ ਉਹ ਸਾਰਾ ਹੀ ਜੱਥਾ ਆ ਜਾਓ ਭਾਈ। ਜਿਨ੍ਹਾਂ ਨੇ ਲੰਗਰ ਦੀ ਸੇਵਾ ਕੀਤੀ ਸਾਰਿਆਂ ਨੂੰ ਬੇਨਤੀ ਆ। ਭਾਈ ਭਾਨ ਸਿੰਘ ਜੀ ਅਲਗੋਂ ਕੋਠੀ ਵਾਲੇ, ਭਾਈ ਦਲਵੀਰ ਸਿੰਘ ਜੀ ਛੰਨਾ, ਉਹਨਾਂ ਦੇ ਪਰਿਵਾਰਕ ਮੈਂਬਰ ਆਉਣ, ਗੁਰੂ ਘਰ ਦਾ ਸਨਮਾਨ ਪ੍ਰਾਪਤ ਕਰਨ। ਭਾਈ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਭਾਈ ਰਸਾਲ ਸਿੰਘ ਆਰਫ ਕੇ, ਭਾਈ ਰਸਾਲ ਸਿੰਘ ਜੀ ਆਜੋ ਭਾਈ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਭਾਈ ਗੱਜਨ ਸਿੰਘ ਅਲਗੋਂ, ਭਾਈ ਦਇਆ ਸਿੰਘ ਨੂੰ ਬੇਨਤੀ ਆ ਉਹ ਸਿਰੋਂ ਕੋ ਪ੍ਰਾਪਤ ਕਰਨ। ਭਾਈ ਚਲੋ ਭਾਈ ਆਜੋ ਇੱਥੇ ਆਜੋ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਹੋਰ ਸੁਣਾ ਜੀ। ਭਾਈ ਮੇਜਰ ਸਿੰਘ, ਉਹਨਾਂ ਦਾ ਪਰਿਵਾਰਕ ਮੈਂਬਰ ਕੋਈ ਵੀ ਆ ਕੇ ਭਾਈ ਆ ਕੇ। ਭਾਈ ਨਿਰਮਲ ਸਿੰਘ, ਇਕੱਠੇ ਹੋ ਜਾਓ ਭਾਈ। ਇੱਧਰ ਨੂੰ ਅੱਗੇ ਨੂੰ ਵਜੋ, ਅੱਗੇ ਨੂੰ ਹੋ ਜਾਓ, ਨਾਲ ਨੂੰ ਹੋ ਜਾਓ। ਅੱਛਾ, ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਭਾਈ ਵਿਰਸਾ ਸਿੰਘ ਸਖਤਰਾ, ਸ਼ਹੀਦ ਪਰਿਵਾਰ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ। ਭਾਈ ਗੁਰਨਾਮ ਸਿੰਘ ਕਰੀਮਪੁਰਾ, ਸ਼ਹੀਦ ਪਰਿਵਾਰ, ਉਹਨਾਂ ਨੂੰ ਬੇਨਤੀ ਹੈ ਕਿ ਭਾਈ ਮੁਖਤਿਆਰ ਸਿੰਘ ਕਰੀਮਪੁਰਾ, ਉਹ ਵੀ ਸ਼ਹੀਦ ਪਰਿਵਾਰ ਵਿੱਚੋਂ, ਉਹ ਵੀ ਭਾਈ ਸਿਰੋਪੋ ਪ੍ਰਾਪਤ ਕਰ ਲੈਣ। ਭਾਈ ਮੇਜਰ ਸਿੰਘ ਬਾਸਰ ਕੇ, ਸ਼ਹੀਦ ਪਰਿਵਾਰ ਵਿੱਚੋਂ ਗੁਰਮੁਖ ਪਿਆਰੇ। ਭਾਈ ਤਰਲੋਚਨ ਸਿੰਘ ਬਾਸਰ ਕੇ, ਉਹਨਾਂ ਨੂੰ ਬੇਨਤੀ ਆ ਉਹ ਵੀ ਭਾਈ, ਉਹਨਾਂ ਦਾ ਪਰਿਵਾਰ ਇੱਕ ਮੈਂਬਰ ਕੋਈ ਵੀ ਇਹਨਾਂ ਸ਼ਹੀਦ ਪਰਿਵਾਰਾਂ ਤੋਂ ਇੱਥੇ ਪਹੁੰਚੇ ਆ ਉਹ ਸਿਰੋਪੋ ਪ੍ਰਾਪਤ ਕਰਨ। ਬਚ ਕੇ ਵੀਰੋ। ਸਤਿ ਸ੍ਰੀ ਅਕਾਲ। ਸ਼ਹੀਦ ਭਾਈ ਮੁਖਤਿਆਰ ਸਿੰਘ ਜੀ, ਉਹਨਾਂ ਦਾ ਪਰਿਵਾਰਕ ਮੈਂਬਰ ਕੋਈ ਵੀ। ਭਾਈ ਗੁਰਨਾਮ ਸਿੰਘ ਜੀ ਦੇ ਪਰਿਵਾਰਕ ਮੈਂਬਰ। ਮਹੀਦੀਪੁਰ ਤੋਂ ਭਾਈ ਸੁਖਵੰਤ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਸੁਖਵੰਤ ਸਿੰਘ, ਇਹ ਮਹੀਦੀਪੁਰ ਤੋਂ ਸ਼ਹੀਦ ਪਰਿਵਾਰ ਜਿਹੜੇ ਤਿੰਨੇ ਹੀ, ਇਹ ਵੀ ਆ ਕੇ ਭਾਈ ਸਿਰੋਪੋ ਪ੍ਰਾਪਤ ਕਰ ਲੈਣ। ਭਾਈ ਸੁਖਵਿੰਦਰ ਸਿੰਘ ਕਾਲੀਆ ਸਕੱਤਰਾਂ,
ਉਹਨਾਂ ਨੂੰ ਬੇਨਤੀ ਹੈ ਭਾਈ, ਉਹ ਵੀ ਸ਼ਹੀਦ ਪਰਿਵਾਰ ਦਾ ਮੈਂਬਰ ਕੋਈ ਵੀ ਆਇਆ ਹੋਵੇ। ਭਾਈ ਕੁਲਵੰਤ ਸਿੰਘ ਭੂਰਾ ਕੋਨਾ, ਮਹਾਂਪੁਰਖਾਂ ਦਾ ਨਗਰ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਆਜੋ ਭਾਈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬੋਲ ਦਿਓ। ਭਾਈ ਕਰਮ ਸਿੰਘ ਜੀ ਤੂਤ, ਭਾਈ ਕਰਮਜੀਤ ਸਿੰਘ ਤੂਤ, ਉਹਨਾਂ ਦਾ ਪਰਿਵਾਰਕ ਮੈਂਬਰ ਭਾਈ ਕੋਈ, ਭਾਈ ਜੋਗਾ ਸਿੰਘ ਜੀ ਠੱਠੀ ਜਾਮ, ਉਹਨਾਂ ਦਾ ਪਰਿਵਾਰਕ ਮੈਂਬਰ ਵੀ ਹੈ। ਤੇ ਆਓ ਭਾਈ, ਇਹ ਸ਼ਹੀਦ ਪਰਿਵਾਰ ਸਾਰੇ ਹੀ ਚਲੋ ਮਾਤਾ ਜੀ, ਅੱਜ ਚਲੋ ਲੈ ਲੈਂਦੇ ਫੋਟੋ, ਲੈ ਲੈਂਦੇ। ਭਾਈ ਅਨਵਰ ਸਿੰਘ ਕਲਸ, ਭਾਈ ਅਨਵਰ ਸਿੰਘ ਕਲਸ, ਭਾਈ ਅਨਵਰ ਸਿੰਘ ਕਲਸ, ਭਾਈ ਅਨਵਰ ਸਿੰਘ, ਉਹਨਾਂ ਨੂੰ ਬੇਨਤੀ ਹੈ, ਉਹਨਾਂ ਦੇ ਪਰਿਵਾਰਕ ਮੈਂਬਰ ਭਾਈ ਕੋਈ ਵੀ, ਭਾਈ ਹੁਸਨ ਸਿੰਘ ਮੋਗਾ, ਉਹਨਾਂ ਦੇ ਪਰਿਵਾਰਕ ਮੈਂਬਰ ਹੈਗੇ ਆ, ਉਹ ਵੀ ਭਾਈ ਆਓ। ਭਾਈ ਨੇਕ ਸਿੰਘ ਮੋਗਾ ਜੀ, ਭਾਈ ਨੇਕ ਸਿੰਘ ਮੋਗਾ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਭਾਈ ਕੇਵਲ ਸਿੰਘ ਦੂਲ, ਭਾਈ ਕੇਵਲ ਸਿੰਘ ਦੂਲ, ਸ਼ਹੀਦ ਪਰਿਵਾਰ, ਉਹ ਵੀ ਸਿਰੋਂ ਪਾਓ ਸਨਮਾਨ ਆਪਣਾ ਪ੍ਰਾਪਤ ਕਰ ਲੈਣ ਭਾਈ। ਭਾਈ ਕੇਵਲ ਸਿੰਘ ਦੂਲ, ਕਾਲਾ ਸਿੰਘ ਦੂਲ, ਭਾਈ ਕਾਲਾ ਸਿੰਘ ਦੂਲ, ਭਾਈ ਕੇਵਲ ਸਿੰਘ ਦੇ ਨਾਲ ਭਾਈ ਕੇਵਲ ਸਿੰਘ ਦੂਲ, ਭਾਈ ਕਾਲਾ ਸਿੰਘ ਦੂਲ, ਦੋਵੇਂ ਪਰਿਵਾਰਕ ਮੈਂਬਰ ਭਾਈ ਸ਼ਹੀਦ ਪਰਿਵਾਰ ਸਿਰੋਂ ਪਾਓ ਪ੍ਰਾਪਤ ਕਰਨ। ਰੁਕ ਜਾਓ ਭਾਈ, ਰੁਕ ਜਾਓ, ਇੱਕ ਵਾਰੀ ਸਾਰੇ ਗਰੁੱਪ ਫੋਟੋ ਕਰ ਲਓ। ਭਾਈ ਸਵਰਨ ਸਿੰਘ ਗ੍ਰੰਥੀ ਸਕੱਤਰਾ, ਭਾਈ ਸਵਰਨ ਸਿੰਘ ਗ੍ਰੰਥੀ ਸਕੱਤਰਾਂ, ਉਹਨਾਂ ਨੂੰ ਬੇਨਤੀ ਹੈ, ਭਾਈ ਰਿਸ਼ਪਾਲ ਸਿੰਘ ਤੂਤ, ਭਾਈ ਰਿਸ਼ਪਾਲ ਸਿੰਘ ਤੂਤ, ਉਹਨਾਂ ਦਾ ਪਰਿਵਾਰਕ ਮੈਂਬਰ ਵੀ ਆ ਜਾਵੇ ਭਾਈ। ਭਾਈ ਕਰਨੈਲ ਸਿੰਘ ਵਰਾਣਾ ਦਾ ਪਰਿਵਾਰ, ਭਾਈ ਸਿਕੰਦਰ ਸਿੰਘ, ਭਾਈ ਕਰਨੈਲ ਸਿੰਘ ਵਰਾਣਾ, ਭਾਈ ਕਰਨੈਲ ਸਿੰਘ ਵਰਾਣਾ, ਭਾਈ ਦਿਲਬਾਗ ਸਿੰਘ ਧਗਾਣਾ, ਭਾਈ ਦਿਲਬਾਗ ਸਿੰਘ ਧਗਾਣਾ, ਉਹਨਾਂ ਨੂੰ ਬੇਨਤੀ ਹੈ ਭਾਈ ਦਿਲਬਾਗ ਸਿੰਘ ਜੀ ਧਗਾਣਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਭਾਈ ਸੁਖਦੇਵ ਸਿੰਘ ਬੱਬਰ ਦੇ ਪਰਿਵਾਰ ਚ ਗਿਆ ਵਿੱਚ, ਭਾਈ ਸੁਖਦੇਵ ਸਿੰਘ ਬੱਬਰ, ਉਹਨਾਂ ਦੇ ਪਰਿਵਾਰ ਚੋਂ ਕੋਈ ਭਾਈ ਪਰਿਵਾਰਕ ਮੈਂਬਰ ਆਇਆ ਤਾਂ ਉਹ ਭਾਈ ਸੁਖਦੇਵ ਸਿੰਘ ਬੱਬਰ ਦਾ ਪਰਿਵਾਰ ਸਨਮਾਨ ਪ੍ਰਾਪਤ ਕਰ ਲਵੇ। ਸੁਖਚੈਨ ਸਿੰਘ ਸਰਾਵਾ ਜੀ, ਭਾਈ ਸੁਖਚੈਨ ਸਿੰਘ ਸਰਾਵਾ, ਉਹਨਾਂ ਦਾ ਪਰਿਵਾਰਕ ਮੈਂਬਰ ਕੋਈ ਵੀ ਹੈਗਾ ਭਾਈ, ਉਹ ਸਿਰੋਂ ਪਾਓ ਪ੍ਰਾਪਤ ਕਰਨ। ਬਾਬਾ ਬਲਵਿੰਦਰ ਸਿੰਘ ਜੀ ਦਾ ਸਨਮਾਨ ਕੀਤਾ ਜਾ ਰਿਹਾ। ਬੋਲੇ ਸੋ ਨਿਹਾਲ। ਨਿਰਮਲ ਸਿੰਘ ਸੁਰ ਸਿੰਘ ਦਾ ਪਰਿਵਾਰ, ਭਾਈ ਨਿਰਮਲ ਸਿੰਘ ਸੁਰ ਸਿੰਘ, ਸੁਰ ਸਿੰਘ ਵਾਲੇ ਭਾਈ ਨਿਰਮਲ ਸਿੰਘ ਦਾ ਪਰਿਵਾਰ ਕੋਈ ਵੀ ਮੈਂਬਰ ਹੈ ਭਾਈ, ਸਿਰੋਂ ਪਾਓ ਪ੍ਰਾਪਤ ਕਰੋ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਚਲੋ ਮਾਤਾ ਜੀ, ਲੰਘ ਚਲੋ। ਆਜੋ ਇੱਧਰ, ਆ ਸਿੰਘ ਦੋ ਆ ਗਏ, ਬੋਲੇ ਸੋ ਨਿਹਾਲ। ਆ ਦੋ ਸ਼ਹੀਦੀ ਪਰਿਵਾਰ ਆ ਜੀ, ਆ ਸ਼ਹੀਦ ਪਰਿਵਾਰ ਇੱਧਰ ਭਾਈ। ਬੋਲੇ ਸੋ ਨਿਹਾਲ, ਇੱਧਰ ਨੂੰ ਕਰ ਲਿਓ ਭਾਈ। ਕਈ ਸ਼ਹੀਦ ਪਰਿਵਾਰ ਭਾਈ ਦਾੜੀ ਕੇਸ ਤੋਂ ਹਲੇ ਸਖਣੇ ਆ, ਦਾੜੀ ਕੇਸ ਰੱਖੋ, ਸਾਫ ਸੂਰਤ ਰਹੋ। ਸ਼ੇਰਾਂ ਦੀ ਕੌਮ, ਏਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਪਰਿਵਾਰ ਨੇ, ਚੜ੍ਹਦੀ ਕਲਾ ਚ ਮਰਧਾਰੀ ਹੋਵੋ, ਤਿਆਰ ਬਰ ਤਿਆਰ ਹੋਵੋ।
ਦੇ ਤਾਂ ਸਰਪੰਚ ਨੂੰ। ਹਾਂਜੀ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਲਿਓ ਭਾਈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਭ ਪਰਿਵਾਰਾਂ ਦਾ, ਜਿਹੜੇ ਪਰਿਵਾਰ ਇੱਥੇ ਆਏ ਭਾਈ, ਸਭ ਦਾ ਬਹੁਤ ਬਹੁਤ ਧੰਨਵਾਦ। ਐਮਐਲਏ ਭਾਈ ਧੁੰਨ ਸਾਹਿਬ, ਉਹਨਾਂ ਦਾ ਨਿੱਜੀ ਪੀਏ ਆ, ਉਹਨਾਂ ਨੂੰ ਸਿਰੋਂ ਪਾਓ ਬਖਸ਼ਿਸ਼ ਕੀਤਾ ਜਾ ਰਿਹਾ ਹੈ। ਬੋਲੇ ਸੋ ਨਿਹਾਲ। ਸ਼ਹੀਦ ਭਾਈ ਕਰਨੈਲ ਸਿੰਘ ਜੀ ਬਰਾਣਾ, ਉਹਨਾਂ ਦਾ ਬੇਟਾ ਆਇਆ ਹੋਇਆ ਹੈ। ਉਹਨਾਂ ਨੂੰ ਵੀ ਬੇਨਤੀ ਆ ਵੀ ਉਹ ਚਲੋ, ਉਹਨਾਂ ਸਰੋਪਾ ਹੋ ਗਿਆ ਭਾਈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਭਾਈ ਗੁਰਚਰਨ ਸਿੰਘ ਜੀ, ਸ਼ਹੀਦ ਪਰਿਵਾਰ ਭਾਈ ਗੁਰਚਰਨ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ, ਭਾਈ ਸੱਜਣ ਸਿੰਘ ਜੀ ਨੂੰ ਬੇਨਤੀ ਆ ਕਿ ਉਹ ਭਾਈ ਸਤਨਾਮ ਸਿੰਘ, ਭਾਈ ਮਨਾਵਾ ਜੀ, ਦੋਨਾਂ ਭਰਾਵਾਂ ਨੂੰ ਪਰਿਵਾਰਕ ਤੌਰ ਤੇ ਉਹਨਾਂ ਨੂੰ ਵੀ ਸਨਮਾਨ ਕੀਤਾ ਜਾਵੇ। ਕੀ ਨਾ ਬਾਬਾ ਜਸਵੰਤ ਸਿੰਘ ਜੀ ਬਹੁਤ ਸੇਵਾ ਕਰਦੇ। ਬਾਬਾ ਜਸਵੰਤ ਸਿੰਘ ਜੀ ਸੋਢੀ ਜੀ, ਜੋ ਇੱਥੇ ਬਹੁਤ ਪ੍ਰਚਾਰ ਕਰ ਰਹੇ ਨੇ, ਗੁਰੂ ਸਾਹਿਬ ਦੀ ਕਿਰਪਾ ਹੈ, ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ। ਬੋਲੇ ਸੋ ਨਿਹਾਲ। ਨਿਸ਼ਾਨ ਸਾਹਿਬ ਦੀ ਸੇਵਾ ਨੇ ਆਸਟ੍ਰੇਲੀਆ ਜੋ ਕਰਾਈ ਹੈ। ਨਿਸ਼ਾਨ ਸਾਹਿਬ ਦੇ, ਚੋਲਾ ਸਾਹਿਬ ਦੀ ਸੇਵਾ, ਸਾਰੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਭਾਈ, ਸ਼ਾਬਾਸ਼। ਸਾਰੇ ਪਰਿਵਾਰ ਦਾ, ਸਾਰੇ ਗੱਜ ਕੇ ਜਕਾਰਾ ਬੁਲਾਓ, ਵਾਰੇ ਖੁਸ਼ੀਆਂ ਬਖਸ਼ਣ। ਬੋਲੇ ਸੋ ਨਿਹਾਲ। ਨਾਮ ਬੋਲਦੇ ਦਿਲਬਾਗ ਸਿੰਘ, ਭਾਈ ਰਿਸ਼ਪਾਲ ਸਿੰਘ ਮਨਾਵਾ ਤੇ ਭਾਈ ਸਤਨਾਮ ਸਿੰਘ ਮਨਾਵਾ, ਇਹ ਵੀ ਦੋਨੇ ਇੱਥੇ ਆ ਜਾਣ। ਇਹਨਾਂ ਨੂੰ ਵੀ ਸੰਗਤਾਂ ਵੱਲੋਂ ਸਿਰੋਂ ਪਾਓ। ਜਥੇਦਾਰ ਧਿਆਨ ਸਿੰਘ ਜੀ ਮੰਡ ਤੇ ਭਾਈ ਸੱਜਣ ਸਿੰਘ ਜੀ, ਉਹ ਸਿਰੋਂ ਪਾਓ ਬਖਸ਼ਿਸ਼ ਕਰਨਗੇ। ਆਜੋ ਭਾਈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਭਾਈ ਕਸ਼ਮੀਰ ਸਿੰਘ ਜੀ, ਭਾਈ ਕਸ਼ਮੀਰ ਸਿੰਘ ਜੀ ਕਿੱਥੇ ਹੋ? ਸੋ ਨਿਹਾਲ, ਸਤਿ ਸ੍ਰੀ ਅਕਾਲ। ਕੀ ਨਾ ਹੁਣ ਭਾਈ ਅਰਦਾਸ ਹੋਣੀ ਹੈ, ਸਾਰਿਆਂ ਨੇ ਆਪਾਂ ਹਾਜ਼ਰੀ ਲਵਾਉਣੀ ਗੁਰੂ ਸਾਹਿਬ ਦੇ ਚਰਨਾਂ 'ਚ। ਰਾਗੀ ਤਾਰ ਬਲਵੀਰ ਸਿੰਘ ਜੀ, ਜੋ ਬਹੁਤ ਵਧੀਆ ਰਾਗੀ ਨੇ, ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਇੱਥੇ ਆਏ ਨੇ, ਉਹਨਾਂ ਨੂੰ ਸਿਰੋਂ ਪਾਓ। ਜਹਦਾਰ ਸਾਹਿਬ ਦੀ ਸਿੰਘ ਦੀ ਚਾਚੀ। ਸੋ ਜਹਦਾਰ ਸੁਜਾਨ ਸਿੰਘ ਦੇ ਘਰੋਂ ਬੀਬੀ ਸਾਡੀ ਚਾਚੀ ਜੀ, ਉਹਨਾਂ ਨੂੰ ਵੀ ਬੇਨਤੀ ਆ ਉਹ ਇੱਥੇ ਆਉਣ। ਉਹਨਾਂ ਨੂੰ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬੀਬੀ ਜੀ ਨੂੰ ਬੇਨਤੀ ਆ ਕਿ ਸੰਗਤ ਵੱਲੋਂ ਸਨਮਾਨ ਸਿਰੋਂ ਪਾਓ ਪ੍ਰਾਪਤ ਕਰਨ। ਬੀਬੀ ਸਤਵਿੰਦਰ ਕੌਰ ਜੀ, ਜੋ ਜਥੇਦਾਰ ਸੁਜਾਨ ਸਿੰਘ ਦੇ ਘਰੋਂ ਨੇ ਬੀਬੀ ਜੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸੰਗਤਾਂ ਦਾ ਸਨਮਾਨ, ਗੁਰੂ ਸਾਹਿਬ ਦਾ ਸਿਰੋਂ ਪਾਓ ਪ੍ਰਾਪਤ ਕਰਨ। ਹੁਣ ਅਰਦਾਸ ਹੋਣੀ ਹੈ ਭਾਈ, ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਸਾਰਿਆਂ ਨੇ ਅਰਦਾਸ ਵਿੱਚ ਸ਼ਾਮਲ ਹੋਣਾ ਹੈ। ਸਾਡੇ ਵੀਡੀਓ ਸਾਹਿਬ ਨੇ ਰਾਮ ਤਸਵੀਰ ਸਿੰਘ ਜੀ ਵੀਡੀਓ ਸਾਹਿਬ, ਜੋ ਇੱਥੇ ਸੇਵਾ ਨਿਭਾ ਰਹੇ ਆ, ਉਹ ਵਿਸ਼ੇਸ਼ ਤੌਰ ਤੇ ਆਏ ਆ, ਉਹਨਾਂ ਨੂੰ ਸਿਰੋਂ ਪਾਓ ਦਿੱਤਾ ਜਾ ਰਿਹਾ। ਸਤਿ ਸ੍ਰੀ ਅਕਾਲ। ਬੀਬੀ ਜੀ ਇੱਧਰ ਆ ਜਾਓ, ਇੱਧਰ ਦੀ ਆ ਜਾਓ। ਭਾਈ ਆਸਾ ਸਿੰਘ, ਭਾਈ ਆਸਾ ਸਿੰਘ ਜੀ,
ਜੋ ਸਵੇਰ ਤੋਂ ਸੇਵਾ ਨਿਭਾ ਰਹੇ ਨੇ। ਭਾਈ ਆਸਾ ਸਿੰਘ ਜੀ ਨੂੰ ਬੇਨਤੀ ਹੈ ਉਹ ਵੀ ਗੁਰੂ ਘਰ ਦਾ ਸਿਰੋਂ ਪਾਓ। ਹਾਂਜੀ ਆਓ ਜੀ ਸਰ, ਆ ਜਾਓ ਆ ਜਾਓ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਆ ਜਾਓ ਜੀ, ਆ ਜਾਓ ਆ ਜਾਓ ਅੱਜ ਮਾਤਾ ਜੀ ਆ ਜਾਓ। ਦੇਖਣਾ ਪੈਣਾ ਮਾਤਾ ਨੇ ਸਾਨੂੰ ਨਹੀਂ ਡਿੱਗਣ ਦੇਣਾ। ਮਾਤਾ ਕਿਉਂ ਨਹੀਂ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਢਾਡੀ ਦਿਲਪ੍ਰੀਤ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ। ਢਾਡੀ ਦਿਲਪ੍ਰੀਤ ਸਿੰਘ ਜੀ ਉਹ ਸਿਰੋਂ ਪਾਓ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ। ਆਜੋ ਅੱਗੇ ਆਜੋ। ਨਵਾਬਪੁਰ ਵਾਲੇ ਸੁਭਵੰਤ ਸਿੰਘ, ਭਾਈ ਸੁਭਵੰਤ ਸਿੰਘ। ਸਤਿ ਸ੍ਰੀ ਅਕਾਲ। ਨਵਾਬਪੁਰ ਵਾਲੇ ਸਿੰਘ ਸੁਭਵੰਤ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰ ਲੈਣ। ਭਾਈ ਫਿਰ ਅਰਦਾਸ ਹੋਵੇਗੀ। ਭਾਈ ਸਵਰਨ ਸਿੰਘ ਜੀ ਲੰਗੇਣੇ ਤੋਂ ਭਾਈ ਰਣਜੀਤ ਸਿੰਘ ਜੀ ਪਹੁੰਚੇ ਨੇ। ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਿਰੋਂ ਪਾਓ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰ ਲੈਣ। ਭਾਈ ਰਣਜੀਤ ਸਿੰਘ ਜੀ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਅਰਦਾਸ ਕਰੀਏ ਭਾਈ, ਸਾਰੀ ਸੰਗਤ ਸਾਵਧਾਨ ਹੋ ਜਾਓ ਭਾਈ, ਅਰਦਾਸ ਕਰੀਏ। ਤੋਦੇ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ ਵਾਹਿਗੁਰੂ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ ਵਾਹਿਗੁਰੂ। ਕਹੋ ਨਾਨਕ ਸਭ ਤੇਰੀ ਵਡਿਆਈ। ਵਾਹਿਗੁਰੂ ਸਾਹਿਬ ਜੀ ਤਿੰਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਕੋ ਬਿਗਨ ਨਾ ਕੋ ਲਾਗੈ। ਜਾ ਕੀ ਪ੍ਰਭ ਆਗੇ ਅਰਦਾਸ। ਅਰਦਾਸ ਬੇਨਤੀ ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ। ਅਰਜਨ ਹਰਗੋਬਿੰਦ ਨਾਉ ਸਿਮਰੋ, ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਇ। ਦਸਮ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ। ਖਾਲਸਾ ਸਾਹਿਬ ਬੋਲੋ ਜੀ। ਸਤਿਗੁਰੂ ਜੀ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ। ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਗੁਰਮੁਖਾਂ ਨਾਮ ਜਪਿਆ। ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ। ਦੇਖ ਸੁਣ ਕੇ ਅਨਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਵਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ। ਖਾਲਸਾ ਸਾਹਿਬ ਬੋਲੋ ਜੀ। ਪ੍ਰਥਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ। ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ।
ਦੇਗ ਤੇਗ ਫਤਿਹ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਲੈ ਕੇ ਹਜੂਰ ਸਾਹਿਬ ਤੱਕ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਪੱਤਿਆਂ ਦੀ ਪਤਨ, ਗਤਿਆਂ ਦੀ ਗਤ, ਨਿਥਾਵਿਆਂ ਦੇ ਥਾਵ, ਨਿਧਿਰਿਆਂ ਦੀ ਧਿਰ। ਹਲਤ ਪਲਤ ਕੇ ਰਾਖੇ ਦੋ ਜਹਾਨ ਦੇ ਵਾਲੀ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ। ਆਪ ਜੀਆਂ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ। ਦੋਏ ਕਰ ਜੋੜ ਕਰੂੰ ਅਰਦਾਸ, ਤੁਧ ਭਾਵੇ ਤਾਂ ਆਣਹਿ ਰਾਸ ਦੇ ਮਹਾਵਾਕਾਂ ਅਨਸਾਰ। ਸਤਿਗੁਰੂ ਜੀ ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾੜੈ ਖੇਤ ਦੇ ਮਹਾਵਾਕਾਂ ਅਨਸਾਰ। ਜੋ ਮਰਦੇ ਮੁਜਾਹਿਦ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਰਤ ਸਰਕਾਰ ਵੱਲੋਂ ਬੇਹਰਮਤੀ ਕੀਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਰੋਕਦਿਆਂ ਮਹਾਂਪੁਰਖਾਂ ਦੇ ਨਾਲ ਬੇਅੰਤ ਸਿੰਘ ਸਿੰਘਣੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਸੇ ਕੜੀ ਦੇ ਤਹਿਤ ਇਸ ਨਗਰ ਦੇ ਜੰਮਪਲ ਸਤਿਗੁਰੂ ਜੀ ਜਥੇਦਾਰ ਭਾਈ ਸੁਜਾਨ ਸਿੰਘ ਜੀ ਮਨਾਵੇਂ ਨਗਰ ਦੇ, ਜੋ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਸਤਿਗੁਰੂ ਜੀ ਉਹਨਾਂ ਦਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿਨ ਮਨਾਉਂਦਿਆਂ ਸਮੂਹ ਮਨਾਵਾ ਪਰਿਵਾਰ ਇਲਾਕਾ ਨਿਵਾਸੀ ਗੁਰੂ ਕੀਆਂ ਸੰਗਤਾਂ ਵੱਲੋਂ ਇੱਥੇ ਮਨਾਇਆ ਗਿਆ। ਗੁਰੂ ਕੀ ਬਾਣੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ, ਗੁਰੂ ਕੀ ਬਾਣੀ ਦੇ ਕੀਰਤਨ ਹੋਏ, ਢਾਡੀ ਕਥਾ ਵਿਚਾਰਾਂ ਹੋਈਆਂ। ਸਤਿਗੁਰੂ ਜੀ ਸਮੁੱਚੀਆਂ ਇਹ ਸੇਵਾਵਾਂ ਨਿਭਾਉਂਦੇ ਆ। ਅਣਗਿਣਤ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਖਿਮਾ ਕਰਿਓ। ਅੱਗੇ ਵਾਸਤੇ ਸਮਤ ਬਖਸ਼ੋ। ਇਹ ਗੁਰੂ ਕੀ ਬਾਣੀ ਦਾ ਭਾਵ, ਸੇਵਾ ਦਾ ਭਾਵ, ਪਰਿਵਾਰ ਨੂੰ, ਇਲਾਕੇ ਨੂੰ, ਖਾਲਸਾ ਪੰਥ ਨੂੰ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ। ਸਮੂਹ ਪਰਿਵਾਰ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖੋ। ਚੜ੍ਹਦੀ ਕਲਾ ਕਰੋ, ਬਾਣੀ ਬਾਣਾ ਬਖਸ਼ੋ, ਸੇਵਾ ਤੇ ਸਿਮਰਨ ਦੀ ਦਾਤ ਬਖਸ਼ੋ। ਸਤਿਗੁਰੂ ਜੀ ਖਾਲਸਾ ਪੰਥ ਵਿੱਚ ਏਕਤਾ ਦੀ ਦਾਤ ਬਖਸ਼ੋ। ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰੋ। ਸਤਿਗੁਰੂ ਜੀ ਸਮੂਹ ਸ਼ਹੀਦ ਪਰਿਵਾਰਾਂ ਦਾ ਕੈਨੇਡਾ ਦੀ ਸੰਗਤ ਵੱਲੋਂ ਸਨਮਾਨ ਕੀਤਾ ਗਿਆ। ਉਹਨਾਂ ਦੀ ਸੇਵਾ ਕੀਤੀ ਲੇਖੇ ਵਿੱਚ ਲਾਇਓ। ਅਦੁੱਤੀ ਸ਼ਕਤੀ ਵਰਤਾਓ। ਸੱਚੇ ਪਾਤਸ਼ਾਹ ਖਾਲਸਾ ਰਾਜ ਸਥਾਪਿਤ ਹੋਵੇ। ਆਪ ਕਿਰਪਾ ਕਰੋ। ਸਤਿਗੁਰੂ ਜੀ ਇਸ ਟਾਈਮ ਜੋ ਗੁਰਮੁਖ ਪਿਆਰੇ ਗੁਰੂ ਕੀਆਂ ਸੰਗਤਾਂ ਤਿਲ ਫੁੱਲ ਭੇਟਾਵਾਂ ਲੈ ਕੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਨੇ, ਗੁਰੂ ਕੀਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰੋ। ਦਰੋਂ ਘਰੋਂ ਨਾਮ ਦਾਨ ਬਖਸ਼ੋ। ਪਰਸੋਂ ਵਾਲੇ ਰੋਜ਼ ਤੋਂ ਹੁਣ ਤੱਕ ਜਿਨ੍ਹਾਂ ਗੁਰਮੁਖ ਪਿਆਰੇ ਨੇ ਮਾਈ ਭਾਈ ਨੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ, ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੀਆਂ ਸੇਵਾਵਾਂ, ਜੋੜਿਆਂ ਦੀਆਂ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ, ਹਾਜ਼ਰੀਆਂ ਭਰੀਆਂ। ਸ਼ਹੀਦੋ ਸਿੰਘੋ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰੋ। ਦਰੋਂ ਘਰੋਂ ਨਾਮਦਾਨ ਬਖਸ਼ੋ। ਅੱਗੇ ਵਾਸਤੇ ਜਨਮ ਦਿਹਾੜੇ, ਗੁਰਤਾ ਗੱਦੀ ਦੇ ਸ਼ਹੀਦੀ ਦਿਹਾੜੇ ਮਨਾਉਣ ਦੀ ਏਕਤਾ ਇਤਫਾਕ ਸਲੂਕ ਪਿਆਰ ਬਖਸ਼ੋ ਸੰਗਤਾਂ ਨੂੰ। ਆਪ ਕਿਰਪਾ ਕਰੋ। ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮਿਆਂ ਤੇ ਚੱਲਦੀ ਸਮਰੱਥਾ ਬਲ ਬੁੱਧੀ ਬਖਸ਼ੋ। ਸੁਖ ਹੋਵੇ ਨਾਮ ਚਿਤ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।